ਔਨ ਡਿਊਟੀ ਤੁਹਾਨੂੰ ਗੋਲੀ ਲੱਗਦੀ ਹੈ, ਕੋਈ ਐਡਮਿਨਿਸਟ੍ਰੇਸ਼ਨ ਵਾਲਾ ਨਹੀਂ ਆਉਂਦਾ? ਦੇਖੋ ਇੱਥੇ ਕਈ MLA ਨੇ, MP ਬੈਠੇ ਹੈ, ਮਿਨਿਸਟਰ ਬੈਠੇ ਹੈ, ਕਿਆ ਕਿਸੇ ਨੇ ਤੁਹਾਡਾ ਹਾਲ ਪੁੱਛਣਾ ਮੁਨਾਸਿਬ ਸਮਝਿਆ? ਕੋਈ ਆਇਆ ਤੁਹਾਡਾ ਹਾਲ ਪੁੱਛਣ? ਸਰ ਫਸਟ ਡੇ ਤੱਕ ਤੇ ਸਿਰਫ ਸਿਵਲ ਸਰਜਨ ਸਰ ਤੇ ਪੁਲਿਸ ਵਾਲੇ ਆਏ ਸੀ, ਉਹ ਵੀ ਬਿਫੋਰ ਆਪਰੇਸ਼ਨ। ਆਫਟਰ ਆਪਰੇਸ਼ਨ ਵੀ ਆਏ ਸੀ ਜਿੰਨੀ ਮੈਨੂੰ ਹੋਸ਼ ਸੀਗੀ। ਆਫਟਰ ਦੈਟ ਕੋਈ ਨਹੀਂ ਆਇਆ। ਮਤਲਬ ਤੁਸੀਂ ਇੰਨਾ ਡਰ ਗਏ ਹੋ ਉੱਥੇ ਕਿ ਇਸ ਕਰਕੇ ਨਹੀਂ ਜਾ ਰਹੇ, ਜਾਂ ਦੇਰ ਇਜ਼ ਸਮ ਅਦਰ ਰੀਜ਼ਨ? ਪਲੱਸ ਸਿਕਿਉਰਿਟੀ ਹੁਣ ਕਹਿੰਦੇ ਹੈਗੀ ਆ, ਪਰ ਹਜੇ ਵੀ ਲਾਸਟ ਤੁਸੀਂ ਦੇਖੋਗੇ ਕਿ 17th ਦੀ ਕੀ ਨਾਈਟ ਸੀਗੀ ਡਾਕਟਰ ਮਨਿੰਦਰ ਦੀ, ਉਦੋਂ ਵੀ ਪੇਸ਼ੈਂਟ ਆ ਕੇ ਬੈਠ ਰਹੇ। ਮੈਂ ਤੇ ਜੌਬ ਜੁਆਇਨ ਕੀਤੀ ਸੀ ਕਿ ਦੇਖਦੇ ਆ ਕੀ ਐਕਸਪੀਰੀਅੰਸ ਹੈ, ਪਰ ਆਫਟਰ ਦਿਸ ਇੰਸੀਡੈਂਟ ਇਹ ਮੈਂ ਕਹੂੰਗਾ ਵੀ ਇਹ ਜਿਹੜੀਆਂ ਚੀਜ਼ਾਂ ਵਾ, ਜਿਹੜੀ ਹਾਇਰ ਅਥਾਰਟੀ ਆ ਉਹਨਾਂ ਨੂੰ ਜ਼ਰੂਰ ਉਹਦਾ ਸਾਥ ਦੇਣਾ ਚਾਹੀਦਾ, ਸਿੱਖ ਜਾਣਾ ਚਾਹੀਦਾ, ਤਾਂ ਕਿ ਉਹਨਾਂ ਦਾ ਮੋਰਲ ਬੂਸਟ ਹੁੰਦਾ। ਮੈਂ ਤਾਂ ਕਹਿੰਦਾ ਅਜੇ ਵੀ DC ਸਾਹਿਬ ਕੋਲ ਮੈਂ ਡਿਮਾਂਡ ਕਰਦਾ, ਆਪਣੇ ਸਿਹਤ ਮੰਤਰੀ ਕੋਲ ਡਿਮਾਂਡ ਕਰਦਾ, ਮੁੱਖ ਮੰਤਰੀ ਉਹਦੇ ਬਿੱਲ ਦਾ ਖਰਚਾ ਸਰਕਾਰ ਦੇਵੇ, ਕਿਉਂਕਿ ਸਰਕਾਰੀ ਡਿਊਟੀ ਦੇ ਦੌਰਾਨ ਕੰਮ ਕਰਦਿਆਂ ਨੂੰ ਇਹ ਕੰਮ ਗੋਲੀ ਵੱਜੀ ਆ, ਉਹ ਆਪਣਾ ਪਰਸਨਲ ਕੰਮ ਨਹੀਂ ਕਰ ਰਿਹਾ। D4U न्यूज़ देख रहे तमाम दोस्तों को दीपक भंडारी का नमस्कार। आपको याद होगा शनिवार रात और इतवार की सुबह यानी कि 13 और 14 की मध्य रात्रि को सिविल अस्पताल में एक डॉक्टर भुवनीत सिंह को गोली लगती है। वहाँ इससे पहले इस्लामाबाद में 2 गुटों के बीच लड़ाई होती है, वहाँ वो पर्चा कटवाने के लिए जाते हैं, दोनों ही पार्टियाँ वहाँ भिड़ जाती हैं, जहाँ ताबड़तोड़ गोलियां चलती हैं। एक गोली डॉक्टर भुवनीत के लग जाती है। हम आज बात करेंगे कि डॉक्टर भुवनीत सिंह के साथ इनकी जो कहानी सारी हुई थी, कैसे इनको गोली लगी, क्या क्या हुआ, ये सारी बात आज हम डॉक्टर भुवनीत से करेंगे। हम उनके घर पहुंचे हैं। डॉक्टर साहब सत श्री अकाल जी। ਸਤਿ ਸ਼੍ਰੀ ਅਕਾਲ ਭਾਜੀ। डॉक्टर साहब ये दसना उदन एग्जैक्ट होया की सीगा? ਸਰ ਮੈਂ ਆਪਣੇ ਰੂਮ 63 ਜਿਹੜਾ ਐਮਰਜੈਂਸੀ ਰੂਮ ਹੁੰਦਾ ਉਹਦੇ 'ਚ MLC ਕੱਟ ਰਿਹਾ ਸੀ ਮਲਕੀਤ ਸਿੰਘ ਪੇਸ਼ੈਂਟ ਦੀ, ਐਂਡ ਸਡਨਲੀ ਬਾਹਰ ਨਾ ਚੀਕਾਂ ਦੀ ਆਵਾਜ਼ ਆਈ ਅਤੇ ਮੈਂ ਦੇਖਣ ਗਿਆ ਅਤੇ ਨਾਲ ਦੇ ਰੂਮ 'ਚ 62 ਜਿਹੜਾ ਫਾਰਮੇਸੀ ਆਫਿਸਰ ਦਾ ਰੂਮ ਹੈਗਾ ਉੱਥੇ ਗੋਲੀ ਚੱਲ ਗਈ ਅਤੇ ਸੈਕਿੰਡ ਕਿ ਥਰਡ ਗੋਲੀ ਮੇਰੇ ਵੱਜ ਗਈ। ਐਂਡ ਪਹਿਲੇ ਮੈਨੂੰ ਇਨੀਸ਼ੀਅਲੀ ਪਤਾ ਵੀ ਨਹੀਂ ਲੱਗਾ ਕਿ ਮੇਰੇ ਗੋਲੀ ਲੱਗੀ ਹੈ, ਸਿਰਫ ਇੱਕ ਨਮਨੈਸ ਜੀ ਲੱਗੀ, ਇੱਕ ਅਤੇ ਗਰਮ ਜੀ ਸੈਂਸੇਸ਼ਨ ਜੀ ਆਈ। ਜਿਹੜਾ ਉੱਥੇ 4th ਕਲਾਸ ਸੀਗਾ ਪ੍ਰਿੰਸ, ਉਹਨੇ ਮੈਨੂੰ ਕਿਹਾ ਨਹੀਂ ਡਾਕਟਰ ਸਾਹਿਬ ਤੁਹਾਡੇ ਗੋਲੀ ਵੱਜੀ ਹੈ ਅਤੇ ਤੁਸੀਂ ਨਵੇਂ ਪਾਓ। ਐਂਡ ਮੈਂ ਆਪਣੇ ਰੂਮ ਤੋਂ ਤੁਰ ਕੇ ਐਮਰਜੈਂਸੀ ਦੇ ਬੈੱਡ ਤੱਕ ਤੁਰ ਕੇ ਗਿਆ ਅਤੇ ਜਦੋਂ ਉਹਨੇ ਮੇਰੀ ਪੈਂਟ ਲਾਈ ਅਤੇ ਹਿਪ ਤੋਂ ਲੈ ਕੇ ਨੀ ਤੱਕ ਸਾਰਾ ਖੂਨ ਹੀ ਖੂਨ ਸੀਗਾ। ਐਂਡ ਉਹਨੇ ਫਿਰ ਦਵਾ ਦਵ ਪ੍ਰੈਸ਼ਰ ਦਿੱਤਾ ਉੱਥੇ, ਅਤੇ ਮੈਨੂੰ ਜਿੰਨੀ ਨੌਲੇਜ ਸੀਗੀ ਮੈਂ ਉਹਨਾਂ ਆਪਣਾ ਟਰੀਟਮੈਂਟ ਆਪੇ ਕਰ ਲਿਆ। ਮੈਂ ਨਰਸਿੰਗ ਸਟਾਫ ਨੂੰ ਕਿਹਾ ਕਿ ਇੱਕ ਮੈਨੂੰ ਪੇਨ ਕਿਲਰ ਦਾ ਇੰਜੈਕਸ਼ਨ ਲਾ ਦਿਓ, ਇੱਕ ਟੈਨੈਕਸਾ ਦਾ ਇੰਜੈਕਸ਼ਨ ਹੁੰਦਾ ਜਿਹਦੇ ਨਾਲ ਬਲੀਡਿੰਗ ਰੁਕ ਜਾਂਦੀ ਆ, ਉਦੋਂ ਇੰਜੈਕਸ਼ਨ ਲੱਗ ਗਏ। ਹੁਣ ਮੈਨੂੰ ਨੌਲੇਜ ਸੀਗੀ ਨਹੀਂ ਕਿ ਆਰਟਰੀ 'ਤੇ ਨਾ ਕਿਤੇ ਲੱਗ ਗਈ ਹੋਵੇ, ਅਤੇ ਜੇ ਆਰਟਰੀ 'ਤੇ ਲੱਗ ਜਾਂਦੀ ਹੈ ਬਲੀਡ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਪਹਿਲੇ ਮੈਂ ਪੇਰੈਂਟਸ ਨੂੰ ਫੋਨ ਕੀਤਾ ਕਿ ਮੇਰੇ ਗੋਲੀ ਲੱਗ ਗਈ ਆ, ਅਤੇ ਮੈਂ ਕਿਹਾ ਤੁਸੀਂ ਆ ਜਾਓ। ਮੈਂ ਉਦੋਂ ਉਹਨਾਂ ਨੂੰ ਕਿਹਾ ਸਿਵਲ ਹੌਸਪੀਟਲ ਆ ਜਾਓ, ਪਰ ਜਿਹੜੇ ਮੇਰੇ ਨਾਲ ਸੀਗੇ ਸਾਰੇ ਉਹ ਬਲੀਡਿੰਗ ਹੀ ਨਹੀਂ ਰੁਕ ਰਹੀ ਸੀਗੀ, ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ। ਫਿਰ ਮੈਂ ਪਾਪਾ ਨੂੰ ਕਾਲ ਕੀਤੀ ਕਿ ਪਾਪਾ ਦੱਸੋ ਕਿੱਥੇ ਜਾਣਾ ਵਾ, ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਫਿਰ ਪਾਪਾ ਕਹਿੰਦੇ ਚੱਲ ਠੀਕ ਹੈ ਮੈਂ ਦੇਖਦਾ ਵਾਂ। ਫਿਰ ਮੈਨੂੰ ਇਹਨਾਂ ਦੀ ਕਾਲ ਆਈ ਕਿ ਨਾਪਿਤ ਸਰ ਦੇ ਨਾਲ ਗੱਲ ਹੋ ਗਈ ਹੈ ਅਤੇ ਉਹ ਕਹਿੰਦੇ ਕਿ ਤੁਸੀਂ ਆ ਜਾਓ। ਅਤੇ ਫਿਰ ਉਹਨਾਂ ਕੋਲ ਗਏ, ਉਹਨਾਂ ਨੇ ਚੈੱਕ ਕੀਤਾ ਸਾਰਾ, ਅਤੇ ਮੈਨੂੰ ਇਹੀ ਸੀਗਾ ਕਿ ਬਾਏ ਚਾਂਸ ਜੇ ਆਰਟੀਰੀਅਲ ਬਲੀਡ ਹੁੰਦੀ, ਮੈਨੂੰ ਤਾਂ ਕੋਈ ਉਦੋਂ ਉਸ ਵੇਲੇ ਤਾਂ ਕੁਛ ਵੀ ਨਹੀਂ ਪਤਾ ਲੱਗਣਾ ਸੀ ਅਤੇ ਬਲੀਡਿੰਗ ਹੋਈ ਜਾਣੀ ਸੀ। ਮੈਂ ਵੇਟ ਕਰ ਨਹੀਂ ਸਕਦਾ ਸੀ, ਜਿਹੜੇ ਵੀ ਕਿਸੇ ਨੇ ਆਉਣਾ ਸੀ ਉਹਨੂੰ ਅੱਧਾ ਘੰਟਾ ਤਾਂ ਲੱਗਣਾ ਹੀ ਸੀ, ਅਤੇ ਮੈਂ ਬਲੀਡ ਥੋੜ੍ਹਾ ਹੋਣਾ ਸੀ ਉੱਥੇ ਫਿਰ। ਸੋ ਦੈਟਸ ਵਾਈ ਫਿਰ ਮੈਂ ਪਾਪਾ ਨੂੰ ਕਾਲ ਕੀਤੀ ਕਿ ਦੇਖੋ ਕਿਤੇ ਮੈਨੂੰ ਲੈ ਕੇ ਜਾ ਸਕਦੇ ਹੋ, ਅਤੇ ਫਿਰ ਉਹਨਾਂ ਆਪਣੇ ਡਾਕਟਰ ਨੇ ਕਿਹਾ ਤਾਂ ਦੈਟਸ ਵਾਈ ਆਈ ਵੈਂਟ ਦੇਅਰ। ਅੱਛਾ ਨਹੀਂ ਡਾਕਟਰ ਸਾਹਿਬ, ਇਹ ਬੜਾ ਸਵਾਲ ਸਭ ਦੇ ਜ਼ਿਹਨ 'ਚ ਹੈ, ਸਾਡੇ ਵੀ ਜ਼ਿਹਨ 'ਚ ਸਵਾਲ ਹੈ। ਕਿਤੇ ਕੋਈ ਰਾਤ ਨੂੰ ਕਿਸੇ ਨੂੰ ਐਮਰਜੈਂਸੀ ਆਉਂਦੀ ਅਤੇ ਉਹ ਸਿਵਲ ਹੌਸਪੀਟਲ ਜਾਂਦਾ, ਤੁਸੀਂ ਸਿਵਲ ਹੌਸਪੀਟਲ ਦੇ ਮੈਡੀਕਲ ਆਫਿਸਰ ਹੋ, ਤੁਸੀਂ ਕਿਆ ਉੱਥੇ ਕੋਈ ਪਹੁੰਚ ਨਹੀਂ ਪਾਇਆ, ਜਾਂ ਤੁਸੀਂ ਚਾਹੁੰਦੇ ਸੀ ਕਿ ਮੇਰਾ ਟਰੀਟਮੈਂਟ ਉੱਥੇ ਹੋਵੇ ਜਿੱਥੇ ਮੈਂ ਸੇਫ ਹੈਂਡਸ 'ਚ ਹੋਵਾਂ? ਗੱਲ ਤਾਂ ਇਹ ਵੀ ਹੈਗੀ ਕਿ ਸੇਫ ਹੈਂਡਸ ਹੋਵਾਂ। ਸੈਕੰਡਲੀ ਕੀ ਸੀਗਾ ਕਿ ਜਿਹੜੇ ਵੀ ਡਾਕਟਰ ਨੇ ਆਉਣਾ ਸੀ ਉਹਨੂੰ ਅੱਧਾ ਘੰਟਾ ਲੱਗ ਜਾਣਾ ਸੀ। ਮੈਨੂੰ ਕੋਈ ਨੌਲੇਜ ਹੀ ਨਹੀਂ ਸੀ। ਜੇ ਮੈਂ ਬਲੀਡ ਹੁੰਦਾ ਰਹਿੰਦਾ, ਜਿਵੇਂ ਕਿ ਤੁਹਾਨੂੰ ਪਤਾ ਮੇਰਾ ਇਨੀਸ਼ੀਅਲੀ ਲਾਸਟ ਈਅਰ ਮੈਂ ਹੀਮੋਗਲੋਬਿਨ ਕਰਵਾਇਆ ਸੀ 15 ਸੀ, ਆਫਟਰ ਬਲੀਡਿੰਗ ਇੰਸੀਡੈਂਟ 12 ਹੋ ਗਿਆ। ਬਾਏ ਚਾਂਸ ਜੇ ਆਰਟਰੀ 'ਤੇ ਲੱਗ ਜਾਂਦੀ ਮੇਰਾ ਤਾਂ ਫਿਰ 6-7 ਰਹਿ ਜਾਣਾ ਸੀ, ਅਤੇ ਫਿਰ ਉਹ ਬਲੀਡਿੰਗ ਕਿੰਨੇ ਰੋਕਣੀ ਸੀ? ਅੱਧੇ ਘੰਟੇ ਤੱਕ ਤਾਂ ਕੋਈ ਆਉਂਦਾ ਅਤੇ ਫਿਰ ਬਲੀਡ ਰੋਕਦਾ। ਮੈਨੂੰ ਸੀਗਾ ਕੋਈ ਹੌਸਪੀਟਲ ਜਾਏਗੀ ਜਿੱਥੇ, ਕਿਉਂਕਿ ਹੁਣ ਮੈਂ ਪੂਰੇ ਸਿਵਲ ਹੌਸਪੀਟਲ 'ਚ ਇਕੱਲਾ ਡਾਕਟਰ ਸੀ, ਮੈਨੂੰ ਕੀ ਪਤਾ ਹੋਏਗਾ ਕਿ ਅੱਗੇ ਕੀ ਕਰਨਾ। ਪ੍ਰਾਈਵੇਟ ਹੌਸਪੀਟਲ 'ਚ ਕੋਈ ਤਾਂ ਹੋਏਗਾ ਨਾ ਦੇਖਣ ਲਈ ਤੁਹਾਨੂੰ। ਅੱਛਾ ਡਾਕਟਰ ਸਾਹਿਬ, ਤੁਸੀਂ ਕਿੰਨੀ ਦੇਰ ਤੋਂ ਸਿਵਲ ਹੌਸਪੀਟਲ 'ਚ ਕੰਮ ਕਰ ਰਹੇ ਹੋ, ਅਤੇ ਕਿਆ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਸਟਰੈਸ 'ਚ ਕੰਮ ਕਰਦੇ? ਮੈਂ ਜੁਆਇਨ ਕੀਤਾ ਸੀ 4th of December ਲਾਸਟ ਈਅਰ। ਸੋ ਮੇਰੀ ਮੋਸਟ ਪ੍ਰੋਬਬਲੀ ਡਿਊਟੀਜ਼ ਈਵਨਿੰਗ ਅਤੇ ਨਾਈਟ ਲੱਗਦੀਆਂ ਸੀ, ਮੋਰਨਿੰਗ ਨਹੀਂ ਲੱਗਦੀ ਸੀ। ਅਤੇ ਨਾਈਟ 'ਚ ਕੀ ਹੁੰਦਾ ਸੀ, ਜਿਵੇਂ ਤੁਹਾਨੂੰ ਪਤਾ ਕਿ ਸਾਰਿਆਂ ਨੇ ਅਲਕੋਹਲ ਦਾ ਡਰਿੰਕ ਕਰਕੇ ਆਉਣਾ ਵਾ। ਨੋਰਮਲੀ ਕੀ ਹੁੰਦਾ ਸੀ ਕਿ ਜਦੋਂ ਅਸੀਂ ਪੇਸ਼ੈਂਟ ਨੂੰ ਕਹੀਦਾ ਸੀ ਨਾ ਕਿ ਜਿੱਦੋਂ ਤੁਹਾਨੂੰ ਪਤਾ ਐਗਜ਼ਾਮੀਨੇਸ਼ਨ ਰੂਮ ਹੈਗਾ, ਕਿ ਉੱਥੇ ਕਹੀਦਾ ਸੀ ਕਿ ਅਸੀਂ ਵੇਖ ਰਹੇ ਹਾਂ ਪੇਸ਼ੈਂਟ ਨੂੰ, ਸਿਰਫ ਇੱਕ ਅਟੈਂਡੈਂਟ ਰੁਕ ਜਾਓ, ਐਂਡ ਉਹਨਾਂ ਨੇ ਅਬਿਊਜ਼ ਕਰਨ ਲੱਗ ਪੈਣਾ। ਅਤੇ ਇੱਕ ਵਾਰੀ ਇੰਸੀਡੈਂਟ ਕੀ ਹੋਇਆ ਸੀ ਕਿ ਪੇਸ਼ੈਂਟ ਦੇ ਨਾ ਸਿਰ 'ਤੇ ਲੇਸਟੇਟਡ ਵੂੰਡ ਸੀਗਾ ਛੋਟਾ ਜਿਹਾ, ਅਤੇ ਪੇਸ਼ੈਂਟ ਦੀ ਫੈਮਿਲੀ ਪੁੱਛਦੀ ਕਿ ਡਾਕਟਰ ਸਾਹਿਬ ਦੱਸੋ ਕੀ ਆ, ਮੈਂ ਦੱਸਤਾ ਥੋੜ੍ਹਾ ਜਿਹਾ ਇਵੇਂ ਆ, ਅਤੇ ਔਖਾ ਹੋ ਗਿਆ ਮੇਰੇ ਨਾਲ, ਅਤੇ ਸਾਨੂੰ ਰਾਮਬਾਗ ਚੌਂਕੀ ਤੋਂ ਪੁਲਿਸ ਬੁਲਵਾਉਣੀ ਪਈ ਸੀ।
ਮਤਲਬ ਲੋਕ ਲੜਨ ਲੱਗ ਜਾਂਦੇ ਆ ਮਤਲਬ ਸਟ੍ਰੈਸ ਹਰ ਵੇਲੇ ਤੁਹਾਡੇ ਰਹਿੰਦਾ ਹੈ। ਫਿਰ ਉਸ ਤੋਂ ਬਾਅਦ ਕੀ ਹੋਇਆ ਸੀ, ਇੱਕ ਹੋਰ ਕੇਸ ਆਇਆ ਸੀ, ਉਹ ਤੋਂ ਤੁਹਾਨੂੰ ਪਤਾ ਹੀ ਹੈ, ਜਿਵੇਂ ਡਾਕਟਰ ਮਨਪ੍ਰੀਤ ਸੀਗੇ, ਉਹਨਾਂ ਦੇ ਨਾਲ ਵੀ ਕਿਵੇਂ ਸਿਰਫ ਮੈਮ ਨੇ ਕੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਪਣਾ ਫੇਸ ਕਵਰ ਕਰ ਲਓ ਅਤੇ ਇੱਕ 300 ਦੀ ਫੀਸ ਜਮ੍ਹਾਂ ਕਰਵਾ ਦਿਓ, ਅਤੇ ਉਹ ਮੈਮ ਦੇ ਨਾਲ ਇਸੇ ਗੱਲ ਪਿੱਛੇ ਔਖਾ ਹੋ ਗਏ ਐਂਡ ਮੈਮ ਨੇ ਫਿਰ ਆਪਣੇ ਰੂਮ ਤੋਂ ਨਿਕਲ ਕੇ 61 ਰੂਮ 'ਚ ਜਾ ਕੇ ਆਪਣੀ ਜਾਨ ਬਚਾਈ ਸੀ ਮੈਮ ਨੇ। ਅਤੇ ਡਾਕਟਰ ਸਾਹਿਬ ਤੁਹਾਡੇ ਤੁਸੀਂ ਕਾਫੀ ਸਟ੍ਰੈਸ 'ਚੋਂ ਗੁਜ਼ਰੇ ਹੋ, ਹੁਣ ਤੁਸੀਂ ਕਿਸ ਤਰ੍ਹਾਂ, ਹੁਣ ਤੁਸੀਂ ਠੀਕ ਹੋ? ਐਗਜ਼ੈਕਟ ਵੂੰਡ ਤੁਹਾਡਾ ਕਿੱਥੇ ਸੀਗਾ, ਦੱਸੋਗੇ ਜ਼ਰਾ? ਰਾਈਟ ਥਾਈ 'ਤੇ ਸੀਗਾ ਅਤੇ ਪੰਚਰਡ ਵੂੰਡ ਹੈ। ਉਹਨਾਂ ਨੇ ਇਸ ਵੇਲੇ ਵੂੰਡ ਕਲੋਜ਼ ਨਹੀਂ ਕੀਤਾ ਕਿਉਂਕਿ ਡਾਕਟਰ ਨਾਪ੍ਰੀਤ ਨੂੰ ਮੈਂ ਕੁਐਸਚਨ ਪੁੱਛਿਆ ਸੀ, ਉਹ ਕਹਿੰਦੇ ਕਿ ਅਸੀਂ ਜੇ ਸਟਿਚਿਸ ਲਾ ਦੇਵਾਂਗੇ ਅੰਦਰੋਂ ਹੀਲ ਨਹੀਂ ਹੋਏਗਾ ਪ੍ਰੋਪਰ। ਸੋ ਉਹਨਾਂ ਨੇ ਫਿਰ ਇਹਨੂੰ ਐਕਸਪਲੋਰ ਵੀ ਨਹੀਂ ਕੀਤਾ, ਕਹਿੰਦੇ ਕਿ ਜੇ ਅਸੀਂ ਇਹਨੂੰ ਬਾਈ ਚਾਂਸ ਐਕਸਪਲੋਰ ਕਰਦੇ ਹਾਂ ਤਾਂ ਡੈਮੇਜ ਬਹੁਤ ਜ਼ਿਆਦਾ ਹੋ ਜਾਏਗੀ। ਫਿਰ ਉਹਨਾਂ ਨੇ ਪੱਟ ਦੇ ਅੰਦਰਲੇ ਪਾਸੇ ਇਨਸੀਜਨ ਦੇ ਕੇ ਅਤੇ ਸੀ ਆਰਮ ਦੇ ਥਰੂ ਕੱਟੀ, ਸੀ ਆਰਮ ਮਸ਼ੀਨ ਉਹਨਾਂ ਕੋਲ ਸੀਗੀ, ਉਹਦੇ ਥਰੂ ਫਿਰ ਉਹਨਾਂ ਨੇ ਬੁਲੇਟ ਕੱਢੀ। ਅੱਛਾ ਡਾਕਟਰ, ਔਨ ਡਿਊਟੀ ਤੁਹਾਨੂੰ ਗੋਲੀ ਲੱਗਦੀ ਹੈ, ਕੋਈ ਐਡਮਿਨਿਸਟ੍ਰੇਸ਼ਨ ਵਾਲਾ ਨਹੀਂ ਆਉਂਦਾ? ਦੇਖੋ ਇੱਥੇ ਕਈ MLA ਨੇ, MP ਬੈਠੇ ਹੈ, ਮਿਨਿਸਟਰ ਬੈਠੇ ਹੈ, ਕਿਆ ਕਿਸੇ ਨੇ ਤੁਹਾਡਾ ਹਾਲ ਪੁੱਛਣਾ ਮੁਨਾਸਿਬ ਸਮਝਿਆ? ਕੋਈ ਆਇਆ ਤੁਹਾਡਾ ਹਾਲ ਪੁੱਛਣ? ਸਰ ਫਰਸਟ ਡੇ ਤੱਕ ਤੇ ਸਿਰਫ ਸਿਵਲ ਸਰਜਨ ਸਰ ਅਤੇ ਪੁਲਿਸ ਵਾਲੇ ਆਏ ਸੀ, ਉਹ ਵੀ ਬਿਫੋਰ ਆਪਰੇਸ਼ਨ, ਆਫਟਰ ਆਪਰੇਸ਼ਨ ਵੀ ਆਏ ਸੀ ਜਿੰਨੀ ਮੈਨੂੰ ਹੋਸ਼ ਸੀਗੀ। ਆਫਟਰ ਦੈਟ ਕੋਈ ਨਹੀਂ ਆਇਆ। ਬਾਕੀ ਪਾਪਾ ਨੂੰ ਪਤਾ ਹੋਏਗਾ ਕਿਉਂਕਿ ਲਕਸ਼ਮੀਕਾਂਤ ਚਾਵਲਾ ਮੈਮ 2 ਵਾਰੀ ਆਏ ਸੀ, ਜਿਵੇਂ ਮੇਰੇ ਪਾਪਾ ਨੇ ਦੱਸਿਆ। ਅਗਲੇ ਦਿਨ ਮੈਮ ਮੈਨੂੰ ਮਿਲ ਕੇ ਗਏ ਕਾਫੀ ਟਾਈਮ ਲਈ, ਅਤੇ ਬਾਕੀ ਹੋਰ ਕੋਈ ਨਹੀਂ ਸੀ ਆਇਆ। ਅਤੇ ਡਾਕਟਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋ ਹੋਰ ਇਹ ਸਾਰੇ ਇੰਸੀਡੈਂਟ ਨੂੰ ਲੈ ਕੇ? ਮੈਂ ਵਾਪਸ ਨਹੀਂ ਜਾ ਰਿਹਾ ਸਿਵਲ ਹਸਪੀਟਲ ਬਸ। ਅੱਛਾ, ਮਤਲਬ ਤੁਸੀਂ ਇੰਨਾ ਡਰ ਗਏ ਹੋ ਉੱਥੇ ਕਿ ਇਸ ਕਰਕੇ ਨਹੀਂ ਜਾ ਰਹੇ, ਜਾਂ ਦੇਰ ਇਜ਼ ਸਮ ਅਦਰ ਰੀਜ਼ਨ? ਪਲੱਸ ਸਿਕਿਉਰਿਟੀ ਹੁਣ ਕਹਿੰਦੇ ਹੈਗੀ ਆ, ਪਰ ਹਜੇ ਵੀ ਲਾਸਟ ਤੁਸੀਂ ਦੇਖੋਗੇ ਕਿ 17th ਦੀ ਕੀ ਨਾਈਟ ਸੀਗੀ ਡਾਕਟਰ ਮਨਿੰਦਰ ਦੀ, ਉਦੋਂ ਵੀ ਪੇਸ਼ੈਂਟ ਆ ਕੇ ਬਹਿਸ ਰਹੇ ਆ। ਅੱਛਾ, 2 ਦਿਨ ਬਾਅਦ ਇੰਸੀਡੈਂਟ ਹੋਣ ਤੋਂ ਬਾਅਦ ਵੀ ਉਹਨਾਂ ਨਾਲ ਬਹਿਸ ਰਹੇ ਆ, ਪੁਲਿਸ ਵਾਲਿਆਂ ਦੇ ਨਾਲ ਵੀ ਬਹਿਸ ਰਹੇ ਆ, ਗਾਲੀ ਗਲੋਚ ਕਰ ਰਹੇ ਆ। ਮਤਲਬ ਕਿ ਉੱਥੇ ਕੋਈ ਹਜੇ ਵੀ ਮਤਲਬ ਕਿ ਸਟ੍ਰਿਕਟ ਐਕਸ਼ਨ ਹੋਰ ਹੋਣਾ ਚਾਹੀਦਾ ਕਿ ਕੋਈ ਆਵੇ ਨਾ। ਅਤੇ ਡਾਕਟਰ ਸਾਹਿਬ ਇਹ ਬਹੁਤ ਦੇਖਣ 'ਚ ਆ ਰਿਹਾ ਕਿ ਯੂਥ ਬਹੁਤ ਬਾਹਰ ਜਾ ਰਿਹਾ, ਜਿਵੇਂ ਹੁਣ ਤੁਸੀਂ ਸ਼ੌਕ 'ਚੋਂ ਬਾਹਰ ਆਏ ਹੋ, ਬੜੀ ਵੱਡੀ ਘਟਨਾ ਤੁਹਾਡੇ ਨਾਲ ਹੋਈ ਹੈ, ਗੋਲੀ ਥੋੜ੍ਹੀ ਅੱਗੇ ਪਿੱਛੇ ਹੋ ਜਾਂਦੀ ਅਤੇ ਕੁਛ ਵੀ ਹੋ ਸਕਦਾ ਸੀ। ਅਤੇ ਕਿਆ ਤੁਸੀਂ ਵੀ ਇਹ ਵਿਚਾਰ ਕਰ ਰਹੇ ਹੋ ਵੀ ਤੁਸੀਂ ਇੱਥੇ ਰਹੋਗੇ ਫਿਊਚਰ 'ਚ, ਕਿ ਤੁਸੀਂ ਵੀ ਹੁਣ ਇਹ ਦੇਸ਼ ਛੱਡਣਾ ਚਾਹੋਗੇ? ਸੋ ਮੇਰੇ ਟੈਸਟ ਤੇ ਪਹਿਲੇ ਹੀ ਕਲੀਅਰ ਹੈ, ਸੋ ਮੈਂ ਤਾਂ ਜੋਬ ਜੁਆਇਨ ਕੀਤੀ ਸੀ ਕਿ ਦੇਖਦੇ ਹਾਂ ਕੀ ਐਕਸਪੀਰੀਅੰਸ ਹੈ, ਪਰ ਆਫਟਰ ਦਿਸ ਇੰਸੀਡੈਂਟ ਨਹੀਂ। ਮਤਲਬ ਯੂ ਵਿਲ ਨਾਟ ਜੁਆਇਨ ਦਾ ਜੋਬ ਇਨ ਸਿਵਲ ਹਸਪੀਟਲ? ਜੇ ਤੁਹਾਨੂੰ ਕਿਤੇ ਹੋਰ ਕਿਤੇ ਟ੍ਰਾਂਸਫਰ ਕਰ ਦਿੰਦੇ ਫਿਰ ਜੁਆਇਨ ਕਰੋਗੇ, ਤਾਂ ਕਿ ਫਿਰ भी नहीं करोगे? सर देन आई विल थिंक अबाउट दैट। ये देखिए, ये डॉक्टर भुवनीत हैं, बड़ी मुश्किल से इनकी जान बची है। इनको ये मलाल तो है कि कोई भी विधायक, कोई मंत्री, कोई MP, कोई एडमिनिस्ट्रेशन का अधिकारी बड़ा इनका हाल चाल पूछने नहीं आया है। ड्यूटी पर डॉक्टर को गोली लगती है। क्या हमारे संवेदनाएं ख़त्म हो चुकी हैं हमारे नेताओं की और आला अधिकारियों की? उन्होंने यहाँ पर आना भी नहीं ठीक समझा। अब हमारे साथ हैं डॉक्टर भुवनीत के पिता और उनके माताजी, उनसे बात करते हैं। हमारे साथ हैं डॉक्टर भुवनीत के पिता मनमोहन सिंह, इनसे बात करते हैं। मनमोहन जी, ਜਦੋਂ ਤੁਹਾਨੂੰ ਕਦੋਂ ਪਤਾ ਚੱਲਿਆ ਜਦੋਂ ਤੁਹਾਡੇ ਬੇਟੇ ਦੀ ਗੋਲੀ ਲੱਗ ਗਈ ਹੈ? ਤਕਰੀਬਨ 1:30 ਵਜੇ ਰਾਤ ਨੂੰ ਮੇਰੇ ਬੇਟੇ ਨੇ, ਭਵਨੀਤ ਨੇ, ਪਹਿਲਾਂ ਮੇਰੇ ਮੋਬਾਈਲ 'ਤੇ ਰਿੰਗ ਕੀਤੀ, ਮੈਨੂੰ ਨਹੀਂ ਪਤਾ ਲੱਗਾ। ਫਿਰ ਉਹਨੇ ਜਦੋਂ ਲੈਂਡਲਾਈਨ 'ਤੇ ਫੋਨ ਕੀਤਾ ਅਤੇ ਭਵਨੀਤ ਦੇ ਮੰਮਾ ਨੇ ਜਦੋਂ ਫੋਨ ਸੁਣਿਆ ਅਤੇ ਬੇਟੇ ਨੇ ਕਿਹਾ ਮੇਰੇ ਗੋਲੀ ਲੱਗ ਗਈ ਹੈ, ਅਤੇ ਸਾਡੀ ਉਹ ਜੋ ਪੋਜੀਸ਼ਨ ਸੀਗੀ ਉਹ ਅਸੀਂ ਉਹ ਦੱਸ ਸਕਦੇ ਹਾਂ ਵੀ ਸਾਡਾ ਕੀ ਹਾਲ ਸੀਗਾ ਉਸ ਵੇਲੇ। ਅਤੇ ਅਸੀਂ ਇਮੀਡੀਏਟਲੀ ਜਿਹੜਾ ਆ ਉਹ ਰਸ਼ ਕੀਤਾ ਸਿਵਲ ਹਸਪੀਟਲ ਨੂੰ। ਅਸੀਂ ਸਿਵਲ ਹਸਪੀਟਲ ਅਜੇ ਜਾ ਹੀ ਰਹੇ ਸੀਗੇ ਅਤੇ ਬੇਟੇ ਦਾ ਫਿਰ ਦੁਬਾਰਾ ਫੋਨ ਆਇਆ ਬਈ ਮੇਰੇ ਬਲੀਡਿੰਗ ਬਹੁਤ ਹੋ ਰਹੀ ਹੈ, ਸੋ ਮੇਰਾ ਕੁਛ ਕਰੋ। ਅਤੇ ਮੈਂ ਇਮੀਡੀਏਟਲੀ ਜਿਨ੍ਹਾਂ ਨੂੰ ਮੈਂ ਹੁਣ ਦੇਵਤਾ ਹੀ ਕਹਾਂਗਾ, ਡਾਕਟਰ ਨਵਪ੍ਰੀਤ, ਮੈਂ ਉਹਨਾਂ ਨੂੰ ਇਮੀਡੀਏਟਲੀ ਫੋਨ ਕੀਤਾ ਅਤੇ ਮੇਰਾ ਖਿਆਲ ਆ ਵੀ ਉਹਨਾਂ ਨੇ 2 ਬੈਲਾਂ ਨਹੀਂ ਵੱਜਣ ਦਿੱਤੀਆਂ ਅਤੇ ਮੇਰਾ ਫੋਨ ਚੱਕ ਕੇ ਮੈਨੂੰ ਉਸੇ ਵੇਲੇ ਕਹਿੰਦੇ ਵੀ ਮਨਮੋਹਨ ਸੁੱਖ ਹੈ। ਸੋ ਉਹਨਾਂ ਨੇ ਉਸੇ ਵੇਲੇ ਮੈਨੂੰ ਕਿਹਾ ਬਈ ਪਤਾ ਕਰੋ ਕਿੱਥੇ ਗੋਲੀ ਵੱਜੀ ਹੈ। ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਭਵਨੀਤ ਦੇ ਗੋਲੀ ਕਿੱਥੇ ਵੱਜੀ ਹੈਗੀ ਆ। ਸੋ ਮੈਂ ਡਾਕਟਰ ਸਾਹਿਬ ਇੱਕ ਗੱਲ ਮਨਮੋਹਨ ਜੀ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਭੁਵਨੀਤ ਨੂੰ ਤੁਸੀਂ ਉੱਥੇ ਲੈ ਗਏ, ਹਸਪੀਟਲ ਲੈ ਗਏ, ਅਤੇ ਕਾਫੀ ਸੀਰੀਅਸ ਕੰਡੀਸ਼ਨ ਉਸ ਵੇਲੇ ਤਾਂ ਪਤਾ ਹੁੰਦਾ ਜੀ, ਬੜੀ ਸੀਰੀਅਸ, ਕੁਛ ਪਤਾ ਨਹੀਂ ਸੀ ਤੁਹਾਨੂੰ ਵੀ ਸੀਰੀਅਸ ਕੰਡੀਸ਼ਨ ਹੈ। ਕਿਆ ਕੋਈ ਲੋਕਲ ਅਧਿਕਾਰੀ, ਕਿਆ ਐਡਮਿਨਿਸਟ੍ਰੇਸ਼ਨ ਦਾ, ਕਿਆ ਕੋਈ ਲੀਡਰ, ਕੋਈ ਆਇਆ ਭੁਵਨੀਤ ਦਾ ਹਾਲ ਪੁੱਛਣ, ਜਾਂ ਕੋਈ ਪੁਲਿਸ ਦਾ ਵੱਡਾ ਆਫਿਸਰ? ਦੇਖੋ ਜੀ, ਜਦੋਂ ਇਹ ਇੰਸੀਡੈਂਟ ਹੋਇਆ ਉਦੋਂ ਮੁਖਵਿੰਦਰ ਸਿੰਘ ਜਿਹੜੇ ਸਾਡੇ DCP ਇਨਵੈਸਟੀਗੇਸ਼ਨ ਹੈ, ਉਹ SP ਸਾਹਿਬ, ਸਿਵਲ ਸਰਜਨ ਸਾਹਿਬ, ਈਵਨ SMO ਸਾਹਿਬ, ਉਦੋਂ ਸਾਰੇ ਉੱਥੇ ਆਏ ਸੀਗੇ। ਸੋ ਨੈਕਸਟ ਡੇ ਪਰਮਿੰਦਰ ਸਿੰਘ ਪੰਡਾਲ ਜਿਹੜੇ DCP ਲਾਅ ਐਂਡ ਆਰਡਰ ਉਹ ਵੀ ਆਏ ਸੀਗੇ। ਬਟ ਇਹਦੇ ਆਪਰੇਸ਼ਨ ਹੋਣ ਤੋਂ ਬਾਅਦ ਨਾ ਕੋਈ ਐਡਮਿਨਿਸਟ੍ਰੇਸ਼ਨ ਦਾ ਕੋਈ ਆਇਆ ਇਹਦਾ ਹਾਲ ਚਾਲ ਪੁੱਛਣ ਲਈ,
ਨਾ ਹੀ ਸਿਵਲ ਸਰਜਨ ਸਾਹਿਬ ਇਹਦਾ ਹਾਲ ਚਾਲ ਪੁੱਛਣ ਲਈ ਆਏ ਹੈਗੇ ਨੇ। ਸੋ ਸਾਨੂੰ, ਕਿਉਂਕਿ ਅਸੀਂ ਤੇ ਇੰਨੇ ਸਟ੍ਰੈਸ ਦੇ ਵਿੱਚ ਹਾਂ, ਉਹ ਗੋਲੀ ਸੀ, ਉਹ ਗੋਲੀ ਚਲੋ ਅੱਜ ਸਾਡਾ ਬੱਚਾ ਠੀਕ ਹੈਗਾ, ਸਾਨੂੰ ਗੱਲਾਂ ਆਉਂਦੀਆਂ, ਇਹੀ ਗੋਲੀ ਖੱਬੇ ਸੱਜੇ ਕਿਤੇ ਥੋੜ੍ਹੀ ਜਿਹੀ ਹੋਰ ਵੱਜਦੀ, ਅੱਜ ਸਾਡਾ ਬੱਚਾ ਜਿਹੜਾ ਆ ਉਹ ਸਾਡੇ ਵਿੱਚ ਹੀ ਨਹੀਂ ਸੀ ਹੋਣਾ। ਸੋ ਸਾਨੂੰ ਸਿਰਫ ਇਹ ਮਲਾਲ ਆ ਵੀ ਇੱਕ ਸਰਕਾਰੀ ਅਫਸਰ ਗਸਟਡ ਪੋਸਟ ਦਾ ਜਿਹੜਾ ਆ ਬੱਚਾ ਆ, ਉਹਦੀ ਗੋਲੀ ਵੱਜਦੀ ਹੈ। ਸੋ ਕਿਸੇ MLA, ਕਿਸੇ ਮਿਨਿਸਟਰ ਨੂੰ ਇਹਦਾ ਕੋਈ ਇਹ ਨਹੀਂ ਹੈਗਾ ਵੀ ਅਸੀਂ ਜਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਅਸੀਂ ਜਾ ਕੇ ਬੱਚੇ ਦਾ ਹਾਲ ਤੇ ਪੁੱਛ ਕੇ ਆਈਏ। ਹਜੇ ਕਿ ਅਸੀਂ ਦੋਨੋਂ ਜਿਹੜੇ ਆ, ਅਸੀਂ ਡਿਸਟ੍ਰਿਕਟ ਅਵਾਰਡੀ ਹੈਗੇ ਆ ਦੋਨੋਂ ਜਾਣੇ, ਮਤਲਬ ਵੀ ਅਸੀਂ ਸਮਾਜ ਦੀ ਇੰਨੀ ਸੇਵਾ ਕਰਦੇ ਹਾਂ, ਤੇ ਜੇ ਸਾਡੇ ਬੱਚਿਆਂ ਨਾਲ ਇਹ ਹਾਲ ਹੁੰਦਾ ਤੇ ਆਮ ਬੰਦੇ ਦਾ, ਜਿਹੜਾ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਏਗਾ। ਸੋ ਸਾਡੀ ਅਖੀਰ ਦੇ ਵਿੱਚ ਫਿਰ ਇਹੀ ਆ ਵੀ ਸਾਡਾ ਬੱਚਾ ਚਲੋ ਤੰਦਰੁਸਤ ਰਵੇ, ਆਉਣ ਵਾਲੇ ਬੱਚੇ ਜਿਹੜੇ ਵੀ ਉੱਥੇ ਡਿਊਟੀ ਕਰਦੇ ਨੇ ਉਹਨਾਂ ਦੀ ਵੀ ਸੇਫਟੀ ਦਾ ਖਿਆਲ ਰੱਖਿਆ ਜਾਵੇ। ਮਨਮੋਹਨ ਜੀ, ਇੱਕ ਮੇਰਾ ਹੋਰ ਸਵਾਲ ਹੈ, ਜਿੰਨਾ ਵੀ ਖਰਚਾ ਹੋਇਆ ਆਪਰੇਸ਼ਨ ਦਾ, ਕਿਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਹੈਲਥ ਡਿਪਾਰਟਮੈਂਟ ਨੇ ਦਿੱਤਾ ਜਾਂ ਕਿ ਤੁਸੀਂ ਕੋਲੋਂ ਪੈਸੇ ਖਰਚ ਕੀਤੇ? ਨਹੀਂ, ਮੈਂ ਸਿਵਲ ਸਰਜਨ ਸਾਹਿਬ ਨਾਲ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਤੁਸੀਂ ਉੱਥੋਂ ਜਿਹੜਾ ਵੀ ਹੈਗਾ ਆ ਉਹ ਬਿੱਲ ਬਣਵਾਓ ਤੇ ਉਹ ਅਸੀਂ ਜਿਹੜਾ ਆ ਉਹ ਅਸੀਂ ਪਾਸ ਕਰਵਾ ਦਿਆਂਗੇ। ਤੇ ਤੁਸੀਂ ਹੁਣ ਬੱਚੇ ਨੂੰ ਦੁਬਾਰਾ ਸਰਕਾਰੀ ਨੌਕਰੀ 'ਚ ਭੇਜਣਾ ਚਾਹੋਗੇ ਕਿ ਨਹੀਂ? ਦੇਖੋ ਜੀ, ਹਜੇ ਤੱਕ ਤੇ ਅਸੀਂ ਇੰਨਾ ਸਟ੍ਰੈਸ ਹੈਗੇ ਆ ਤੇ ਸਾਨੂੰ ਹਜੇ ਤੱਕ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈ ਵੀ ਅਸੀਂ ਇਹਨੂੰ ਦੁਬਾਰਾ ਉਹ ਡਿਊਟੀ ਜੁਆਇਨ ਕਰਾਵਾਂਗੇ ਵੀ ਕਿ ਨਹੀਂ ਕਰਾਵਾਂਗੇ, ਕਿਉਂਕਿ ਇਹ ਤੇ ਬੱਚੇ ਦੀ ਹੁਣ ਪਤਾ ਲੱਗੇਗਾ ਆਫਟਰ ਸਮ ਟਾਈਮ ਵੀ ਇਹਦਾ ਜਿਹੜਾ ਆ ਉਹ ਉਸ ਚੀਜ਼ ਤੋਂ ਬਾਹਰ ਨਿਕਲਦਾ ਆ। ਜੇ ਬਾਹਰ ਨਿਕਲਦਾ ਆ ਤੇ ਫਿਰ ਆਪਾਂ ਇਹਦੇ ਬਾਰੇ ਸੋਚ ਸਕਦੇ ਹਾਂ, ਅਦਰਵਾਈਜ਼ ਬੱਚੇ ਦੀ ਮਰਜ਼ੀ ਆ, ਉਹ ਜੇ ਜੌਬ ਕਰਨਾ ਚਾਹਵੇ ਕਰੇ, ਨਹੀਂ ਕਰਨਾ ਚਾਹਵੇ ਆਪਾਂ ਨੂੰ ਉਹਦੇ ਤੇ ਕੋਈ ਗੱਲ ਨਹੀਂ। ਅੱਛਾ ਮਨਮੋਹਨ ਜੀ, ਜਿਹੜੇ ਪਹਿਲੇ ਉਸ ਦਿਨ ਤਾਂ ਪੁਲਿਸ ਨੇ 3 ਲੋਕ ਫੜ ਲਏ ਸੀ, ਇੱਕ ਜਿਹੜਾ ਸੀਗਾ ਗੈਂਗਸਟਰ ਜਿਹਦਾ ਨਾਮ ਸਾਹਮਣੇ ਆ ਰਿਹਾ ਸੀ ਸਨੀ ਸੋਤਾ, ਕਿਆ ਉਹਨੂੰ ਫੜ ਲਿਆ ਗਿਆ ਪੁਲਿਸ ਵੱਲੋਂ? ਮੈਂ ਕੱਲ੍ਹ ਹੀ ਅਜੀਤ ਅਖਬਾਰ 'ਚ ਉਹ ਪੜ੍ਹਿਆ ਜੀ, ਜਿਹੜਾ DC ਸਾਹਿਬ ਦਾ DCP ਸਾਹਿਬ ਦਾ ਬਿਆਨ ਸੀਗਾ ਵੀ ਉਹ ਸਨੀ ਸੋਤਾ ਵੀ ਜਿਹੜਾ ਆ ਉਹ ਫੜਿਆ ਗਿਆ ਹੈਗਾ। ਸੋ ਚਲੋ ਠੀਕ ਹੈ, ਬਟ ਫਿਰ ਵੀ ਆਪਾਂ ਇਹ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਜਿਹੜਾ ਆ ਉਹਨਾਂ ਦੀ ਸਿਕਿਉਰਿਟੀ ਦਾ ਜਿਹੜਾ ਆ ਉਹ ਪੂਰਾ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਇੱਕ ਡਾਕਟਰੀ ਜੋਬ ਜਿਹੜੀ ਆ ਉਹ ਬੜੀ ਟਫ ਜੋਬ ਹੈਗੀ ਹੈ। ਸੋ ਪ੍ਰਸ਼ਾਸਨ ਨੂੰ ਡਾਕਟਰਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ। ਤੁਸੀਂ ਕੁਝ ਹੋਰ ਕਹਿਣਾ ਚਾਹੋ? ਨਹੀਂ, ਅਸੀਂ ਤਾਂ ਇਹੀ ਕਹਿਣਾ ਆ, ਚਲੋ ਅੱਜ ਸਾਡੇ ਬੱਚੇ ਨਾਲ ਆਇਆ, ਬਾਕੀ ਵੀ ਬੱਚੇ ਸਾਡੇ ਹੀ ਹੈ। ਸੋ ਬੱਚਿਆਂ ਨੂੰ ਜਿਹੜਾ ਆ ਉਹ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ। ਸਿਵਲ ਹਸਪੀਟਲ ਦੇ ਵਿੱਚ ਕੋਈ ਵੀ ਮਤਲਬ ਵੀ ਜਿਹਨੇ ਪਰਚਾ ਕਟਾਉਣ ਆਉਣਾ ਆ ਸਿਰਫ ਉਹੀ ਅੰਦਰ ਆਵੇ, ਬਾਕੀਆਂ ਨੂੰ ਉਸ ਹਸਪੀਟਲ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਸੋ ਦੈਟ ਜਿਹੜੇ ਉੱਥੇ ਡਾਕਟਰ ਹੈ ਉਹ ਆਪਣੀ ਡਿਊਟੀ ਜਿਹੜੀ ਆ ਫ੍ਰੀ ਔਰ ਬੜੇ ਸੋਹਣੇ ਤਰੀਕੇ ਨਾਲ ਉਹ ਨਿਭਾ ਸਕਣ ਤੇ ਸਮਾਜ ਦੀ ਸੇਵਾ ਕਰ ਸਕਣ। ये थे डॉक्टर भुवनीत और डॉक्टर भुवनीत के पिता मनमोहन, जिन्हें मलाल है कि कोई भी विधायक, कोई भी मंत्री या कोई भी MP या डिस्ट्रिक्ट एडमिनिस्ट्रेशन का कोई भी अधिकारी इनके बच्चे का हाल पूछने नहीं आया है, जबकि उसे ऑन ड्यूटी गोली लगती है। कुछ भी हो सकता था, आज तो ये ठीक है, इन्हें पैसे भी खुद खर्चने पड़े हैं, जबकि पैसा डिस्ट्रिक्ट एडमिनिस्ट्रेशन को खर्च करना चाहिए था। सरकार क्या सो रही थी, इसी को लेकर हम बात करेंगे सिविल अस्पताल की एम्प्लॉइज़ वेलफेयर एसोसिएशन के अधिकारियों के साथ, उनका क्या कहना है। तो हमारे साथ हैं एम्प्लॉइज़ वेलफेयर एसोसिएशन के चेयरमैन, से बात करते हैं। शर्मा जी, ਤੁਹਾਡਾ ਕੀ ਕਹਿਣਾ, ਜੋ ਅਸੀਂ ਹੁਣੇ ਗੱਲ ਕੀਤੀ ਭਵਨੀਤ ਨਾਲ, ਉਹਦੇ ਪਰਿਵਾਰ ਦਾ ਵੀ ਕਹਿਣਾ ਵੀ ਪਹਿਲੇ ਦਿਨ ਤਾਂ ਆਏ, ਉਸ ਤੋਂ ਬਾਅਦ ਨਾ ਕੋਈ ਐਡਮਿਨਿਸਟ੍ਰੇਟਿਵ ਅਧਿਕਾਰੀ ਆਇਆ, ਨਾ ਕੋਈ MLA ਆਇਆ, ਨਾ ਕੋਈ ਮੰਤਰੀ ਪੁੱਛਣ ਆਇਆ, ਕਿਉਂਕਿ ਜਦ ਕਿ ਉਹ ਕਲਾਸ 1 ਆਫਿਸਰ ਹੈ ਤੇ ਉਹਨੂੰ ਡਿਊਟੀ ਤੇ ਗੋਲੀ ਵੱਜੀ ਉਹਨੂੰ। ਇਹ ਵਾਕਈ ਬੜੀ ਮੰਦਭਾਗੀ ਗੱਲ ਆ ਤੇ ਮੁਲਾਜ਼ਮਾਂ 'ਚ ਵੀ ਇਹਦਾ ਬੜਾ ਰੋਸ਼ ਆ। ਜਦੋਂ ਗੋਲੀ ਵੱਜੀ DC ਸਾਹਿਬ ਨੂੰ, ਮਾਨਯੋਗ DC ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਖੁਦ ਇੱਥੇ ਆਉਣਾ ਚਾਹੀਦਾ ਸੀ। ਜਿਹੜੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਸੀ, ਸਿਵਲ ਸਰਜਨ ਸਾਹਿਬ, ਸਹਾਇਕ ਸਿਵਲ ਸਰਜਨ ਤੇ ਡਾਕਟਰ ਚੰਦਰ ਮੋਹਨ ਜੀ, ਇਹ ਤਾਂ ਰਾਤ ਹੀ ਉਸੇ ਟਾਈਮ ਹੀ ਪਹੁੰਚ ਗਏ ਸੀ। ਸਾਡੇ ਜਿਹੜੇ ਸਰਜੀਕਲ ਸਪੈਸ਼ਲਿਸਟ ਡਾਕਟਰ ਅਰਸ਼ਦੀਪ ਤੇ ਆਰਥੋ ਸਪੈਸ਼ਲਿਸਟ ਡਾਕਟਰ ਧਰਮਿੰਦਰ, ਇਹ ਵੀ ਰਾਤ ਹੀ ਆ ਗਏ ਸੀ ਇੱਥੇ। ਸਾਡੇ ਅਧਿਕਾਰੀਆਂ ਨੂੰ ਤਾਂ ਠੀਕ ਹੋਇਆ ਕੰਮ, ਪਰ ਐਡਮਿਨਿਸਟ੍ਰੇਟਿਵ ਅਧਿਕਾਰੀ ਤੇ ਨਾ ਕੋਈ ਲੀਡਰ ਸਾਹਿਬਾਨ ਇਹਦਾ ਪਤਾ ਲੈਣ ਆਏ। ਇਹ ਵਾਕਈ ਬਹੁਤ ਹੀ ਮੰਦਭਾਗੀ ਗੱਲ ਹੈ। ਇਹਦੇ ਨਾਲ ਨਾ ਮੁਲਾਜ਼ਮਾਂ ਦਾ ਮਨੋਬਲ ਡਿੱਗਦਾ। ਜੇ ਉਹ ਆ ਜਾਂਦੇ ਉਹਦੇ ਨਾਲ ਕੁਝ ਹੋ ਤਾਂ ਜਾਣਾ ਨਹੀਂ। ਇਹ ਆ ਵੀ ਪਰਿਵਾਰ ਨੂੰ ਹੌਸਲਾ ਮਿਲਦਾ ਵੀ ਦੁੱਖ ਦੀ ਘੜੀ ਦੇ ਵਿੱਚ ਪ੍ਰਸ਼ਾਸਨ ਜਿਹੜਾ ਜਾਂ ਸਾਡੇ ਲੀਡਰ ਸਾਹਿਬਾਨ ਆ, ਸਾਡੇ ਮੰਤਰੀ ਸਾਹਿਬਾਨ ਆ, ਇਹ ਸਾਡੇ ਨਾਲ ਹੈਗੇ ਆ। ਅਤੇ ਮੈਨੂੰ ਮੈਂ ਫਿਰ ਕਹਿੰਦਾ ਜਿਹੜੇ ਦੁੱਖ ਨਾਲ ਹੀ ਗੱਲ ਆ ਵੀ ਇਹ ਨਹੀਂ ਆਏ। ਇਹ ਲੱਗਦਾ ਨਹੀਂ ਇਹਦੇ ਨਾਲ ਇੱਕ ਮੁਲਾਜ਼ਮ ਦਾ ਵੀ ਮਨੋਬਲ ਟੁੱਟਦਾ ਹੈ ਕਿ ਦੇਖੋ ਜਾਨ ਤਾਂ ਉਹਦੀ ਬਚ ਗਈ, ਪਰ ਜਦੋਂ ਗੋਲੀ ਵੱਜਦੀ ਉਹ ਤਾਂ ਦੇਖਦੀ ਨਹੀਂ ਨਾ ਕਿੱਥੇ ਵੱਜਣੀ ਹੈ। ਜੇ ਉਹੀ ਗੋਲੀ ਉਹਨੂੰ 2 ਇੰਚ ਉੱਪਰ ਵੱਜ ਜਾਂਦੀ ਤੇ ਉਹ ਤੁਹਾਨੂੰ ਵੀ ਪਤਾ, ਤੁਸੀਂ ਬਿਹਤਰ ਜਾਣਦੇ ਹੋ, ਤੇ ਉਹਦੀ ਜਾਨ ਵੀ ਜਾ ਸਕਦੀ ਸੀ। ਤੇ ਬਿਲਕੁਲ ਤੁਹਾਡੀ ਗੱਲ ਠੀਕ ਆ, ਬਿਲਕੁਲ ਉਹਦੀ ਜਾਨ ਜਾ ਸਕਦੀ ਸੀ, ਪਰ ਇਹ ਗੱਲ ਤਾਂ ਹੁਣ ਲੀਡਰ ਸਾਹਿਬਾਂ ਨੂੰ ਸੋਚਣੀ ਚਾਹੀਦੀ ਹੈ ਨਾ। ਮੈਨੂੰ ਤਾਂ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਦਾ ਫੋਨ ਆਇਆ ਸੀ
ਵੀ ਉਹ ਬੰਦਾ ਤੁਹਾਡਾ ਡਾਕਟਰ ਸਾਹਿਬ ਕਿੱਥੇ ਦਾਖਲ ਹੈਗੇ ਆ, ਡਾਕਟਰ ਰਾਜ ਕੁਮਾਰ ਨੇ ਪਤਾ ਲੈਣ ਜਾਣਾ, ਪਰ ਪਤਾ ਨਹੀਂ ਕਿਉਂ ਨਹੀਂ ਗਏ। ਸਾਡੇ ਸਿਵਲ ਸਰਜਨ ਸਾਹਿਬ ਵੀ ਕਹਿੰਦੇ ਵੀ ਡੀਸੀ ਸਾਹਿਬ ਦਾ ਮੈਨੂੰ ਫੋਨ ਆਇਆ ਪਤਾ ਲੈਣ ਜਾਣਾ, ਉਹ ਕਿਉਂ ਨਹੀਂ ਗਏ? ਤੁਹਾਨੂੰ ਡੀਸੀ ਸਾਹਿਬ ਦੱਸ ਸਕਦੇ ਨਾ ਕਿਉਂ ਨਹੀਂ ਗਏ। ਇਹ ਆ ਵੀ ਜਾਣਾ ਇਹਨਾਂ ਨੂੰ ਜ਼ਰੂਰ ਚਾਹੀਦਾ ਸੀ, ਭਾਵੇਂ 2 ਮਿੰਟ ਵਾਸਤੇ ਜਾਂਦੇ, ਉਹਦੇ ਨਾਲ ਪਰਿਵਾਰ ਦਾ ਹੌਸਲਾ ਵੱਧਦਾ। ਇੱਕ ਤਾਂ ਅਸੀਂ ਸਰਕਾਰ ਕੋਲ ਤੇ ਵੀ ਆਪਣੇ ਸਿਵਲ ਸਰਜਨ ਸਾਹਿਬ ਕੋਲ ਮੰਗ ਕੀਤੀ ਸੀ ਵੀ ਇਹਨੂੰ ਜੇ ਬੰਦਾ ਸਰਕਾਰੀ ਡਿਊਟੀ ਕੰਮ ਕਰਦਿਆਂ ਗੋਲੀ ਵੱਜੀ ਆ, ਇਹਦਾ ਖਰਚਾ ਜਿਹੜਾ ਹਸਪੀਟਲ ਦਾ ਸਰਕਾਰ ਦੇਵੇ, ਸਰਕਾਰ ਕੋਲ ਡਿਮਾਂਡ ਕਰੋ। ਪਰ ਉਹ ਆਂਦੇ ਵੀ ਇਹ ਮੇਰੇ ਹੱਥ ਨਹੀਂ, ਮੈਂ ਇਹ ਤਾਂ ਹੈਗਾ ਵੀ ਮੈਡੀਕਲ ਰੀਇੰਬਰਸਮੈਂਟ ਇਹਦੀ ਹੋ ਜਾਊਗੀ। ਰੀਇੰਬਰਸਮੈਂਟ ਉਹ ਸਰਕਾਰੀ ਡੇਟਾ ਨਾ ਹੋਣੀ ਆ, ਪ੍ਰਾਈਵੇਟ ਦੇ ਪੈਸੇ ਜ਼ਿਆਦਾ ਲੱਗਦੇ ਆ, ਅੱਧੇ ਪਿੱਛੇ ਦੇ ਪੈਸੇ ਉਹਨੂੰ ਮਿਲਣਗੇ। ਪਰ ਸਿਵਲ ਸਰਜਨ ਆਂਦੇ ਵੀ ਮੇਰੇ ਹੱਥ ਇਸ ਤੋਂ ਵੱਧ ਕੁਛ ਨਹੀਂ ਹੈਗਾ। ਇਹ ਹੈਗਾ ਸੀ ਇਹ ਅਨਾਊਂਸ ਡੀ ਸਾਹਿਬ ਕਰ ਸਕਦੇ ਸੀ ਇਲਾਜ ਫਰੀ ਦਾ, ਉਹਨਾਂ ਕੋਲ ਫੰਡ ਹੁੰਦਾ ਸਰਕਾਰੀ, ਉਹ ਕਰ ਸਕਦੇ, ਤਾਂ ਉਹਨੂੰ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਅਜੇ ਵੀ ਡੀਸੀ ਸਾਹਿਬ ਕੋਲ ਮੈਂ ਡਿਮਾਂਡ ਕਰਦਾ, ਆਪਣੇ ਸਿਹਤ ਮੰਤਰੀ ਕੋਲ ਡਿਮਾਂਡ ਕਰਦਾ, ਮੁੱਖ ਮੰਤਰੀ ਉਹਦੇ ਬਿੱਲ ਦਾ ਖਰਚਾ ਸਰਕਾਰ ਦੇਵੇ, ਕਿਉਂਕਿ ਸਰਕਾਰੀ ਡਿਊਟੀ ਦੇ ਦੌਰਾਨ ਕੰਮ ਕਰਦਿਆਂ ਨੂੰ ਇਹ ਕੰਮ ਗੋਲੀ ਵੱਜੀ ਆ, ਕੋਈ ਆਪਣਾ ਪਰਸਨਲ ਕੰਮ ਨਹੀਂ ਕਰ ਰਿਹਾ। ਅੱਛਾ ਰਾਜੇਸ਼ ਜੀ, ਤੁਹਾਨੂੰ ਕੀ ਲੱਗਦਾ ਕਿ ਜਿਵੇਂ ਇੰਨਾ ਸਟ੍ਰੈਸ ਰਹਿੰਦਾ ਜਦੋਂ ਕੰਮ ਕਰਦੇ, ਪੁਲਿਸ ਨੇ ਸਿਕਿਉਰਿਟੀ ਤਾਂ ਲਗਾ ਦਿੱਤੀ ਗਈ ਹੈ, ਇਸ ਤੋਂ ਬਾਅਦ ਵੀ ਜਿਵੇਂ ਇਸ ਤਰ੍ਹਾਂ ਦੀ ਜਿਵੇਂ ਉਹਦਾ ਮਨੋਬਲ ਟੁੱਟਿਆ, ਕੋਈ ਅਧਿਕਾਰੀ ਪੁੱਛਣ ਨਹੀਂ ਗਿਆ, ਤੇ ਬਾਕੀ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਤੇ ਵੀ ਅਸਰ ਪਿਆ ਕੁਛ ਇਹਦਾ? ਸਰ ਬਿਲਕੁਲ ਅਸਰ ਪਏਗਾ। ਜਿੱਦਾਂ ਤੁਹਾਡੇ ਸਾਹਮਣੇ ਨਵੇਂ ਜਿਹੜੇ ਯੂਥ ਹੈ ਉਹ ਤੇ PCMS ਦੇ ਵਿੱਚ ਆਉਣਾ ਹੀ ਨਹੀਂ ਚਾਹੁੰਦੇ। ਔਰ ਡਾਕਟਰ ਬਵਨੀਤ ਤੁਸੀਂ ਦੇਖੋ, ਇਹ ਵੀ ਜੌਬ ਨਹੀਂ ਸੀ ਕਰਨਾ ਚਾਹੁੰਦੇ। ਉਹਨਾਂ ਦੇ ਫਾਦਰ ਨੇ ਕਿਹਾ ਵੀ ਨਹੀਂ ਤੁਸੀਂ ਆਪਣਾ ਇਹਨੂੰ ਸਰਵਿਸਿਜ਼ ਦਿਓ ਪੰਜਾਬ ਗਵਰਨਮੈਂਟ ਨੂੰ, ਤੇ ਉਹਨੂੰ ਤੇ ਇਹ ਸਰਵਿਸਿਜ਼ ਹਮੇਸ਼ਾ ਯਾਦ ਰਹਿਣਗੀਆਂ, ਜਦ ਕਿ ਤੁਹਾਨੂੰ ਪਤਾ ਉਹਨੇ ਫੋਰਨ ਦਾ ਟੈਸਟ ਵੀ ਕਲੀਅਰ ਕਰ ਲਿਆ, ਉਹਨੇ ਅਮਰੀਕਾ ਜਾਣਾ। ਸੋ ਇਹ ਮੈਂ ਕਹੂੰਗਾ ਵੀ ਇਹ ਜਿਹੜੀਆਂ ਚੀਜ਼ਾਂ ਵਾ, ਜਿਹੜੀ ਹਾਇਰ ਅਥਾਰਟੀ ਆ, ਉਹਨਾਂ ਨੂੰ ਜ਼ਰੂਰ ਉਹਦਾ ਸਾਥ ਦੇਣਾ ਚਾਹੀਦਾ, ਅਸੀਂ ਇੱਕ ਜਾਣਾ ਚਾਹੀਦਾ, ਤਾਂ ਕਿ ਉਹਨਾਂ ਦਾ ਮੋਰਲ ਬੂਸਟ ਹੁੰਦਾ। ਬਾਕੀ ਸਾਡੇ SMO ਸਿਵਲ ਸਰਜਨ ਉਹ ਤਾਂ ਦੇਖੋ ਸਾਰੀ ਰਾਤ ਹੀ ਵਿਚਾਰੇ ਇੱਥੇ ਰਹੇ ਆ, ਉਹਨਾਂ ਵੱਲੋਂ ਕੋਈ ਕਮੀ ਨਹੀਂ ਆਈ। ਬਾਕੀ ਆ ਵੀ ਜਿਹੜੇ ਆਪਣੇ DC ਸਾਹਿਬ ਇਹਨਾਂ ਕੋਲ ਸਪੈਸ਼ਲ ਪਾਵਰ ਹੁੰਦੀ ਆ, ਉਹ ਉਹਨੂੰ ਯੂਜ਼ ਕਰਨ ਤੇ ਉਹਦੇ ਜੋ ਵੀ ਜਿਹੜੇ ਖਰਚਾ वगैरह लगा वो पे करना। हमारी समझ से परे है कि डॉक्टर को ड्यूटी पर गोली लगती है, उसकी जान जाते जाते बचती है, लेकिन हमारे नेताओं और अधिकारियों को बस इतना समय नहीं कि उसका हाल पूछते। होना तो कुछ नहीं था, लेकिन उन परिवार का हौसला बढ़ जाता था। अब शायद ही भुवनीत वापस नौकरी पर है, हमने उससे बात भी की है। उसका कहना है कि यदि उसकी यहाँ से ट्रांसफ़र होती है तो शायद वो नौकरी करेगा, वरना वह नौकरी से त्यागपत्र दे देगा। वैसे भी वो विदेश जाने की सोच रहा है। अमृतसर से D4 न्यूज़ के लिए दीपक भंडारी की खास रिपोर्ट।